स्वागत है जी। तुसीं जुड़ चुके हो हुशियारपुर न्यूज़ के नाल ते मैं हाँ चेतन काश्यप। इस वक्त हुशियारपुर के बेहद ही ज़्यादा भीड़ भड़के वाले बाज़ार कमेटी बाज़ार दे विच मौजूद हाँ, जिथे कि बीते कल देर शाम एक हादसा वापरदा है। सरकारी कणक की ओवरलोड ट्राली जदों इस बाज़ार चों गुजरती है तो जदों एक चौंक दे विच पहुँचती है तो उस वक्त उस चौंक दे विच ही वो जिहड़ी ट्राली उत्थे पलट जाती है, जिस कारण ट्राली के हेठां कुछ व्यक्ति ते कुछ कुछ वाहन आ जाते हैं, जिन्हां नूं मौके ते ही मौजूद भीड़ वालों तुरंत फुर्ती दिखाउंदिआं होइआं बचाया जाता है। तो एक वड्डा हादसा जिहड़ा हुण ओह टल गया। तो उस तो बाद जो हालात है सड़क ते बने हुए ने, क्यों ये हादसा वापरिआ वो तुहानूं तस्वीरां दिखावांगे। कैमरा परसन नूं कहांगा दिखा देण तस्वीरां। ये वो थां है जिथे बीते कल हादसा वापरदा है। तो सड़क दे बह जाण कारण ये हादसा वापरदा है। तो जदों ये हादसा वापरदा है तो इस थां ते जिहड़ा चीक चहाड़ा मच जाता है, क्योंकि CCTV फुटेज भी एक सामने आई है। CCTV फुटेज दे विच भी वेख्या जा सकता है कि जिवें इस थां ते ओवरलोड ट्राली पहुँचती है तो उस ट्राली दे हेठां एक व्यक्ति ते एक जिहड़ा छोटा जिहड़ा बच्चा भी आ जाता है। परंतु परमात्मा का शुकराना है बहुत ज़्यादा है किसी भी तरह का कोई जानी नुकसान है जिहड़ा नहीं होया है। तो दूजे पासे तुसीं तस्वीरां वेख सकते हो कि अज सवेर तो ही है जिहड़ी JCB इत्थे पहुंची हुई है, जिहड़ी सड़क की मुरम्मत का काम है जिहड़ा शुरू कर दिता गया है, क्योंकि ये हुशियारपुर शहर का बेहद ही ज़्यादा भीड़ भड़के वाला बाज़ार है। दूजे पासे इस सड़क की गल करिए तो सड़क जदों हुशियारपुर तो साबका कैबिनेट मंत्री सुंदर श्याम अरोड़ा वालों बनाई गई सी, काफ़ी विवादां दे विच सड़क है जिहड़ी घिरी रही है, क्योंकि कई तरह के दोष इस सड़क नूं लैके लगते रहे ने। सो इत्थे दुकानदार भी मौजूद ने, उन्हां नाल भी आपां गलबात कर लैंदे आ। भाई साहब क्या नाम है जी तुहाडा? मेरा नाम सुकेश है जी। तुहाडी भी दुकान है इस जगह ते? मेरी सामने दुकान है जी, खड्डे दे नाल ही ਜਿਹੜੀ ਰਾਤੀ ਟਰਾਲੀ ਪਲਟੀ ਆ ਉਹ ਮੇਰੀ ਦੁਕਾਨ ਵੱਲ ਨੂੰ ਡਿੱਗੀ ਸੀਗੀ। गुप्ता वस्तु भंडार ਤਾਂ ਵਸਤੂ ਭੰਡਾਰ ਮੇਰੀ ਦੁਕਾਨ। ਕੀ ਕਿਸ ਤਰ੍ਹਾਂ ਹਾਦਸਾ ਹੋਇਆ ਸੀ ਕਿ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਿਓ ਸਾਰਾ ਹਾਦਸਾ। ਟਰਾਲੀ ਆਈ ਆ, ਉਸ ਵੇਲੇ ਬਾਹਰ ਇੱਕਦਮ ਸ਼ੋਰ ਪਿਆ ਵੀ ਟਰਾਲੀ ਬਹੁਤ ਵੱਡੀ ਆਈ ਆ। 3-4 ਟਰਾਲੀਆਂ ਦਾ ਮਾਲ ਉਹਦੇ ਤੇ ਲੱਦਿਆ ਹੋਇਆ ਸੀਗਾ, ਓਵਰਲੋਡ ਸੀ ਟਰਾਲੀ। ਮੇਰੇ ਮੋਹਰੇ ਸਕੂਟਰ ਇੱਕ ਦੋ ਖੜੇ ਸੀਗੇ ਜਿਹੜੇ ਕਸਟਮਰ ਸੀਗੇ ਮੇਰੇ, ਉਹਨਾਂ ਦੇ ਸਕੂਟਰ ਪਿੱਛੇ ਕਰਵਾਏ ਆ। ਇਨ ਬਿਟਵੀਨ ਇੱਕ ਲੇਡੀ ਸੀ, ਇੱਕ ਜੈਂਟ ਸੀ, ਇੱਕ ਬੱਚਾ ਸੀ ਛੋਟਾ ਜਿਹਾ ਨਾਲ ਉਹਨਾਂ ਦੇ, ਉਹ ਮੋਹਰੇ ਸੀਗਾ ਉਹਨਾਂ ਦੇ ਖੜੇ। ਤੇ ਟਰਾਲੀ ਜਿਹੜੀ ਹੈਗੀ ਇੱਕਦਮ ਸਾਡੀ ਦੁਕਾਨ ਦੇ ਪਾਸੇ ਨੂੰ ਪਲਟ ਗਈ। ਰੱਬ ਵੱਲੋਂ ਬਚਾ ਰਿਹਾ, ਸ਼ੀਸ਼ੇ ਨਹੀਂ ਟੁੱਟੇ, ਨਹੀਂ ਤਾਂ ਉਹ ਲੇਡੀਜ਼ ਦੇ ਉੱਤੇ ਸਾਰੇ ਸ਼ੀਸ਼ੇ ਗਿਰਨੇ ਸੀਗੇ। ਤੇ ਲੇਡੀਜ਼ ਦਾ ਧੜ ਜਿਹੜਾ ਸੀਗਾ ਬਾਹਰ ਰਹਿ ਗਿਆ ਸੀ। CCTV ਵੀ ਆਈ ਹੈ ਕਿ ਇਹ ਬੱਚਾ ਵੀ ਇੱਕ ਜਿਹੜਾ ਨਜ਼ਰ ਆ ਰਿਹਾ, ਉਸ ਰੱਬ ਵੱਲੋਂ ਸਕੂਟਰ ਨੇ ਬਚਾ ਲਿਆ। ਸਕੂਟਰ ਦੀ ਅੱਡ 'ਚ ਬੱਚਾ ਆ ਗਿਆ ਤੇ ਜਿਸ ਕਰਕੇ ਬੱਚਾ ਬਚ ਗਿਆ। ਜੈਂਟ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਬੇਹੋਸ਼ ਹੋ ਗਿਆ ਸੀਗਾ। ਬੰਦਾ ਚਾਹੁੰਦੇ ਹੋ ਹੁਸ਼ਿਆਰਪੁਰ ਸ਼ਹਿਰ ਦਾ ਬੇਹਦ ਭੀੜ ਭੜਕੇ ਵਾਲਾ ਬਾਜ਼ਾਰ ਮੰਨਿਆ ਜਾਂਦਾ ਹੈ, ਇਸ ਤਰ੍ਹਾਂ ਭੀੜ ਦੇ ਥਾਂ ਦੇ ਵਿੱਚ ਟਰਾਲੀਆਂ ਦਾ ਕਿੰਨਾ ਕੁ ਜਾਇਜ਼, ਉਹ ਵੀ ਓਵਰਲੋਡ ਟਰਾਲੀਆਂ ਜਿਹੜੀਆਂ ਟਰਾਲੀਆਂ ਤਾਂ ਆ ਜਾਣ, ਕੋਈ ਇਸ਼ੂ ਨਹੀਂ ਟਰਾਲੀ ਆਉਣ ਦਾ। ਇੱਕ ਤਾਂ ਓਵਰਲੋਡ ਜਿਹੜਾ ਸਿਸਟਮ ਗਲਤ ਆ, ਉਹ ਲਈ ਜਿਹੜੇ ਬੰਦੇ ਜ਼ਿੰਮੇਵਾਰ ਆ ਉਹਨਾਂ ਦਾ ਕੇਸ ਹੋਣਾ ਚਾਹੀਦਾ। ਦੂਜੇ ਗੱਲ ਤੇ ਅਸੀਂ ਕਮੇਟੀ ਨੂੰ ਕਹਿੰਦੇ ਰਹੇ, ਮਿਊਨਿਸਪਲ ਕਾਰਪੋਰੇਸ਼ਨ ਨੂੰ, ਕਿ ਜਿਹੜੀ ਇਹ ਸੜਕ ਬਣੀ ਆ ਇਹ ਸੜਕ ਸਹੀ ਤਰੀਕੇ ਨਾਲ ਨਹੀਂ ਬਣੀ। ਅਣਜਾਣ ਬੰਦਿਆਂ ਨੇ ਸੜਕ ਬਣਾਈ ਆ, ਅਣਜਾਣ ਅਫਸਰਾਂ ਨੇ ਪਾਸ ਕਰਤੀ ਆ। ਜਿਹੜੇ ਅਫਸਰ ਆ ਉਹ ਠੇਕੇਦਾਰ ਨੂੰ ਵੱਧ ਜ਼ਿੰਮੇਵਾਰ ਮੈਂ ਸਮਝੂੰਗਾ। ਠੇਕੇਦਾਰ ਜ਼ਿੰਮੇਵਾਰ ਹੈਗਾ ਉਹਨੇ ਪੈਸੇ ਖਾਣੇ ਆ, ਅਫਸਰ ਦੀ ਜ਼ਿੰਮੇਵਾਰੀ ਹੁੰਦੀ ਆ ਉਹਨੂੰ ਦੇਖਣਾ। ਅਫਸਰ ਵੱਡੇ ਜ਼ਿਆਦਾ ਜ਼ਿੰਮੇਵਾਰ ਆ, ਜਿਨ੍ਹਾਂ ਨੇ ਪਾਸ ਕਰਤਾ, ਜਿਨ੍ਹਾਂ ਨੇ 2 ਸਾਲ ਇਹਦੀ ਅਗਵਾਈ ਨਹੀਂ ਕੀਤੀ ਵੀ ਕੀ ਗਲਤੀ ਹੋਈ ਆ, ਕਿੱਥੇ ਗਲਤੀ। ਪਿਛਲੇ ਕਾਫੀ ਲੰਮੇ ਸਮੇਂ ਤੋਂ ਸੜਕ ਨੂੰ ਲੈ ਕੇ ਵਿਵਾਦ ਚੱਲਿਆ ਆ ਰਿਹਾ ਹੈ। ਹੁਣ ਤਾਂ ਸੱਤਾ ਪਰਿਵਰਤਨ ਵੀ ਹੋ ਚੁੱਕਾ ਹੈ, ਪਰੰਤੂ ਅਧਿਕਾਰੀਆਂ ਦੇ ਜਾਂ ਹੋਰ ਵੀ ਜਿਨ੍ਹਾਂ ਨੇ ਕਾਰਵਾਈ ਕਰਾਉਣੀ ਹੈ, ਜਾਂਚ ਕਰਵਾਉਣੀ ਹੈ, ਉਹਨਾਂ ਦੇ ਕੰਨ ਤੇ ਕੋਈ ਜੂੰ ਸਰਕਦੀ ਜਿਹੜੀ ਨਜ਼ਰ ਨਹੀਂ ਆ ਰਹੀ ਅਜੇ ਵੀ। ਕੋਈ ਨਹੀਂ ਸਰਕਦੀ ਪਈ ਜੀ। ਸਾਨੂੰ ਲੱਗਦਾ ਸਾਰੇ ਮਿਲੀ ਭਗਤ ਆਪਸ 'ਚ ਉੱਪਰ ਤੱਕ ਰਲੇ ਹੋਏ ਆ ਜੀ। ਜੇ ਨਾ ਰਲੇ ਹੁੰਦੇ ਹੁਣ ਤਾਂ ਕੁਝ ਨਾ ਕੁਝ ਹੋਇਆ ਹੋਣਾ ਸੀਗਾ। ਰੋਜ਼ ਹਾਦਸੇ ਹੁੰਦੇ, ਰੋਜ਼ ਸੜਕ ਬਹਿੰਦੀ ਆ, ਕਦੀ ਕਿਸੇ ਕੋਨੇ ਤੋਂ, ਕਦੀ ਕਿਸੇ ਕੋਨੇ ਤੋਂ, ਕਦੀ ਗੌਰਾਂ ਗੇਟ, ਕਦੀ ਘੰਟਾ ਘਰ। ਉਹ ਜਿੰਨੀ ਕੁ ਸੜਕ ਖਰਾਬ ਹੁੰਦੀ ਆ ਉਨੀ ਕੁ ਸੜਕ ਦੀ ਰਿਪੇਅਰ ਕਰਤੀ ਜਾਂਦੀ ਆ। ਬਾਕੀ ਹਾਦਸੇ ਲੋਕ ਬੈਠੇ ਆ, ਕੋਈ ਮਰਦਾ ਮਰ ਜਾਏ, ਇਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ। ਸੋ ਸਾਡੇ ਨਾਲ ਇੱਥੇ ਸ਼ਿਵ ਸੈਨਾ ਦੇ ਆਗੂ ਰਣਜੀਤ ਰਾਣਾ ਵੀ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਰਾਣਾ ਸਾਹਿਬ, ਪਿਛਲੇ ਲੰਮੇ ਸਮੇਂ ਤੋਂ ਇਹ ਸੜਕ ਆ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭ੍ਰਿਸ਼ਟਾਚਾਰ ਦੇ ਸੜਕ ਨੂੰ ਲੈ ਕੇ ਜਿਹੜੇ ਦੋਸ਼ ਲੱਗਦੇ ਰਹੇ ਨੇ, ਕਿਸ ਤਰ੍ਹਾਂ ਵੇਖਦੇ ਹੋ? ਹੁਣ ਤਾਂ ਸੱਤਾ ਪਰਿਵਰਤਨ ਹੋਇਆ ਨੂੰ ਵੀ 10 ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ। ਕੁਝ ਸਮਾਂ ਪਹਿਲਾਂ ਵੀ, ਕੁਝ ਦਿਨ ਪਹਿਲਾਂ ਵੀ ਧਰਨਾ ਲਗਾਇਆ ਗਿਆ ਸੀ। ਜਿਹੜਾ ਹੈਗਾ ਨਾ ਸੱਤਾ ਪਰਿਵਰਤਨ ਦਾ ਕੰਮ, ਬੇਸ਼ੱਕ ਪੁਰਾਣੀ ਸਰਕਾਰ ਹੋਵੇ ਜਾਂ ਅੱਜ ਦੀ ਸਰਕਾਰ ਹੋਵੇ, ਸਾਰੇ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ। ਇੱਕੋ ਹੀ ਥੈਲੀ ਦੇ ਚੱਟੇ ਬੱਟੇ। ਇਹਨਾਂ ਨੇ ਜਨਤਾ ਨੂੰ ਲੁੱਟਣ ਵਾਸਤੇ ਹਰ ਹਥਕੰਡਾ ਅਪਣਾਇਆ। ਇਹ ਜਿਹੜੀ ਸੜਕ ਹੈ ਇਹ ਸ਼ੁਰੂ ਤੋਂ ਹੀ ਬਾਜ਼ਾਰ ਵਾਲਿਆਂ ਦੀ ਡਿਮਾਂਡ ਤੇ ਸਾਡੀ ਜਿੰਨੀਆਂ ਵੀ ਸੋਸ਼ਲ ਆਰਗੇਨਾਈਜੇਸ਼ਨ ਹੈਗੀਆਂ, ਉਹ ਸਾਰਿਆਂ ਦੀ ਆਵਾਜ਼ ਸੀਗੀ ਕਿ ਇਸ ਸੜਕ ਨੂੰ ਛੇੜਿਆ ਨਾ ਜਾਵੇ, ਜਿਸ ਤਰੀਕੇ ਨਾਲ ਕਿ ਉਸ ਤਰੀਕੇ ਨਾਲ ਬਣਾਇਆ ਜਾਵੇ। ਲੇਕਿਨ ਨਗਰ ਨਿਗਮ ਦੇ ਇੰਜੀਨੀਅਰ ਜਾਂ ਉਹਨਾਂ ਕਮਿਸ਼ਨਰ ਸਾਹਿਬ
ਡੀਸੀ ਸਾਹਿਬ ਵੀ ਪੁਰਾਣੇ ਵਿੱਚ ਹੋਣਗੇ, ਐਸਡੀਐਮ ਸਾਹਿਬ ਵੀ ਵਿੱਚ ਹੋਣਗੇ, ਕਿਸੇ ਨੇ ਜਨਤਾ ਦੀ ਆਵਾਜ਼ ਨਹੀਂ ਸੁਣੀ। ਕਮੇਟੀ ਇੱਕ ਮਿੰਟ ਸੁਣਨ ਮੁਤਾਬਕ ਹੀ ਕਮੇਟੀ ਬਣਾਈ ਸੀ ਸੜਕ ਦੀ ਜਾਂਚ ਨੂੰ ਲੈ ਕੇ। ਹਾਂਜੀ ਕਮੇਟੀ ਬਣਾਈ ਸੀ। ਜਿਹੜੀਆਂ ਰਿਪੋਰਟਾਂ ਉਹ ਤਾਂ ਮੇਰੇ ਖਿਆਲ ਕਿਤੇ ਡਸਟਬਿਨ 'ਚ ਪਈਆਂ ਹੋਣੀਆਂ, ਅੱਜ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਪਰ ਜਿਹੜਾ ਕੱਲ ਦਾ ਹਾਦਸਾ ਨਾ, ਇਹ ਬੜਾ ਹੀ ਖੌਫਨਾਕ ਹਾਦਸਾ ਹੈ ਕਿ ਇੱਕ 700 ਬੋਰੀ ਦੇ ਕਰੀਬ ਭਰੀ ਹੋਈ ਟਰਾਲੀ ਕਿਸੇ ਬੰਦੇ ਤੇ ਪਲਟ ਜਾਵੇ ਔਰ ਪ੍ਰਸ਼ਾਸਨ ਨੂੰ ਅਸੀਂ ਇੱਕਦਮ 1 ਸਕਿੰਟ ਦੇ ਵਿੱਚ ਹੀ ਅਲਟੀਮੇਸ਼ਨ ਦੇਤੀ, ਲੇਕਿਨ ਪ੍ਰਸ਼ਾਸਨ ਦੇ ਸਿਰਫ ਇੱਕ ਥਾਣੇਦਾਰ 2 ਕਾਂਸਟੇਬਲ ਹੀ ਪਹੁੰਚ ਰਹੇ ਨੇ। ਕਿੱਥੇ ਗਿਆ ਇਹਨਾਂ ਦਾ? ਜਿਹੜੀ ਆਪਦਾ ਪੈਂਦੀ ਹੈ ਕਿਸੇ ਦੇਸ਼ ਦੇ ਉੱਤੇ ਜਾਂ ਸ਼ਹਿਰ ਦੇ ਉੱਤੇ ਕਿਤੇ ਆਪਦਾ ਪੈਂਦੀ ਦਾ, ਇਹਨਾਂ ਦੀ ਫੋਰਸਾਂ ਕਿੱਥੇ ਗਈਆਂ? ਕਿੱਥੇ ਗਏ ਇਹਨਾਂ ਦੇ? ਅਖਬਾਰੀ ਬਿਆਨਬਾਜ਼ੀ ਬੜੀ ਆਉਂਦੀ ਹੈ ਕਦੇ ਡੀਸੀ ਸਾਹਿਬ ਦੀ, ਕਮਿਸ਼ਨਰ ਸਾਹਿਬ ਦੀ, ਕਿ ਸਾਡੀ ਫੁੱਲ ਤਿਆਰੀ ਹੈ। ਕੱਲ ਜਦੋਂ ਹੜਕੰਪ ਮੱਚ ਜਾਂਦਾ ਪੂਰੇ ਸ਼ਹਿਰ ਦੇ ਵਿੱਚ, ਕਹਿੰਦੇ ਚੀਕ ਚਹਾੜਾ ਮੱਚ ਜਾਂਦਾ ਹੈ। ਇੱਕ ਛੋਟਾ ਬੱਚਾ ਵੀ ਜਿਹੜਾ ਸੀਸੀਟੀਵੀ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ, ਜਦੋਂ ਵੀ ਕੋਈ ਵਿਅਕਤੀ ਉਹ ਸੀਸੀਟੀਵੀ ਫੁਟੇਜ ਵੇਖਦਾ ਹੈ ਤਾਂ ਦਿਲ ਆ ਜਿਹੜਾ ਰੂਹ ਕੰਬ ਉੱਠਦੀ ਹੈ ਬੰਦੇ ਦੀ ਇੱਕ ਤਰ੍ਹਾਂ ਨਾਲ। ਮੈਂ ਇਹ ਕਹਿ ਰਿਹਾ ਕਿ ਮੈਂ ਨਾ ਥੈਂਕਫੁਲ ਹਾਂ ਕਮੇਟੀ ਬਾਜ਼ਾਰ ਦੇ ਨੌਜਵਾਨਾਂ ਦਾ, ਜਿਨ੍ਹਾਂ ਨੇ ਆਪਣੀ ਪੂਰੀ ਜਾਨ ਲਗਾ ਕੇ 500 600 700 ਬੋਰੀ 15-20 ਮਿੰਟ ਦੇ ਵਿੱਚ ਇੱਕ ਪਾਸੇ ਕਰਕੇ ਟਰਾਲੀ ਨੂੰ ਜ਼ੋਰ ਦੇ ਨਾਲ ਪਲਟਿਆ ਤੇ ਉਹ ਬੰਦੇ ਦੀ ਜਾਨ ਬਚਾਈ ਹੈ। ਔਰ ਮੇਰਾ ਖਿਆਲ ਉਸ ਟਾਈਮ ਤਾਂ ਸਾਨੂੰ ਵੀ ਉਮੀਦ ਨਹੀਂ ਸੀ, ਪਰ ਨੌਜਵਾਨਾਂ ਦੀ ਮਿਹਨਤ ਦਾ ਸਦਕਾ ਕਿ ਉਹ ਬੰਦਾ ਬਚ ਗਿਆ। ਬੜੇ ਗਰੀਬ ਪਰਿਵਾਰ ਚੋਂ ਆ, ਸਾਡੇ ਨਾਲ ਦੇ ਬਾਜ਼ਾਰ ਮਹੱਲੇ ਦਾ ਹੀ ਹੈਗਾ। ਤੇ ਇੱਕ ਜਿਹੜੀ ਲੇਡੀਜ਼ ਹੈ ਉਹਦੇ ਵੀ ਸੱਟਾਂ ਲੱਗੀਆਂ, ਬੱਚਾ ਜਿਹੜਾ ਉਹਦੇ ਵੀ। ਤੁਸੀਂ ਰੂਹ ਕਮਾਓ ਕਹਿ ਰਹੇ, ਸਾਨੂੰ ਉਸ ਟਾਈਮ ਸਭ ਤੋਂ ਪਹਿਲਾਂ ਪਰੇਸ਼ਾਨੀ ਇਹ ਸੀਗੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਹੋਰ ਬੰਦਾ ਵੀ ਨਾ ਵਿੱਚ ਹੋਵੇ, ਔਰ ਬੜੀ ਮੁਸ਼ਕਲ ਉਹਦੀ ਜਾਨ ਬਚੀ ਆ। ਸੋ ਉਸ ਦੇ ਬਾਵਜੂਦ ਵੀ ਨਾ ਨਗਰ ਨਿਗਮ ਦਾ ਕੋਈ ਇੱਥੇ ਅਧਿਕਾਰੀ ਮੌਕੇ ਤੇ ਮੌਜੂਦ ਆਇਆ, ਨਾ ਐਸਡੀਐਮ ਸਾਹਿਬ ਦਾ, ਨਾ ਤਹਿਸੀਲਦਾਰ ਨੇ ਬੜੇ ਪ੍ਰਬੰਧ ਕੀਤੇ ਹੁੰਦੇ ਆ ਜੀ, ਹੜ੍ਹ ਆ ਜਾਊਗਾ ਜੀ ਅਸੀਂ ਆਪਣੇ ਇੱਧਰ ਬੰਦੇ ਭੇਜ ਦਿਆਂਗੇ ਜੀ। ਇੱਥੇ ਕੋਈ ਬੰਦਾ ਨਹੀਂ ਆਇਆ। ਸਿੱਧਾ ਜਿਹੜਾ ਹੈਗਾ ਨਾ ਪ੍ਰਸ਼ਾਸਨ ਨੇ, ਮੰਤਰੀ ਸਾਹਿਬ ਦੇ ਕਰੀਬੀ ਪਹੁੰਚਿਆ ਹੋਵੇ, ਮੰਤਰੀ ਸਾਹਿਬ ਤਾਂ ਚਲੋ ਆਪ ਹੋ ਸਕਦਾ ਕਿਤੇ ਵਿਅਸਤ ਹੋਣ, ਕੋਈ ਕਰੀਬੀ ਕੋਈ ਮੌਕੇ ਦਾ ਜਾਇਜ਼ਾ ਲੈਣ ਹੀ ਆਇਆ ਹੋਵੇ। ਦੇਖੋ ਮੰਤਰੀ ਸਾਹਿਬ ਦੇ ਕਰੀਬੀ ਵਾਕਈ ਆਏ ਸੀ, ਇੱਕ ਉਹਨਾਂ ਦਾ ਐਮਸੀ ਆਇਆ ਸੀਗਾ, ਲੇਕਿਨ ਉਹ ਸਿਰਫ ਮੂਵੀ ਬਣਾ ਰਿਹਾ ਸੀਗਾ ਇਹ ਦੱਸਣ ਵਾਸਤੇ ਕਿ ਮੈਂ ਮੌਕੇ ਤੇ ਪਹੁੰਚਿਆ। ਲੇਕਿਨ ਉਸ ਬੰਦੇ ਦੀ ਇੱਕ ਪੈਸੇ ਦੀ ਹਮਦਰਦੀ ਜਨਤਾ ਦੇ ਨਾਲ ਨਹੀਂ ਸੀ, ਜਾਂ ਇਸ ਨੁਕਸਾਨ ਦੇ ਨਾਲ ਨਹੀਂ ਸੀ, ਨਾ ਭ੍ਰਿਸ਼ਟਾਚਾਰ ਦੇ ਖਿਲਾਫ ਸੀਗੀ। ਜਦ ਕਿ ਸਾਡੇ ਆਸ਼ੂ ਜੀ ਨੇ, ਬਾਜ਼ਾਰ ਵਾਲਿਆਂ ਨੇ, ਅਸੀਂ ਲੋਕਾਂ ਨੇ ਵੀ ਬਾਰ-ਬਾਰ ਇਸ ਸੜਕ ਦੀ ਆਵਾਜ਼ ਉਠਾਈ ਸੀਗੀ ਕਿ ਇਹ ਜਿਹੜੀ ਹੈਗੀ ਹੈ ਇਹ ਕਰਪਸ਼ਨ ਦੇ ਨਾਲ ਬਣੀ ਹੋਈ ਇੱਕ ਗਲੀ ਹੈਗੀ ਆ, ਇਸ ਨੂੰ ਨਾ ਬਣਾਇਆ ਜਾਵੇ। ਜਿਹਦੀ ਸਿੱਟ ਵੀ ਬੈਠੀ ਸੀ ਤਾਂ ਜੇ ਮੰਤਰੀ ਸਾਹਿਬ ਜੇ ਭ੍ਰਿਸ਼ਟਾਚਾਰ ਵਿਰੋਧੀ ਹੋਣ ਤਾਂ ਉਹਨਾਂ ਨੂੰ ਇਹ 10-11 ਮਹੀਨੇ ਹੋ ਗਏ ਸਰਕਾਰ ਬਣੇ ਨੂੰ, ਇਹ ਸਰਕਾਰ ਸੜਕ ਪੱਟ ਕੇ ਦੁਬਾਰਾ ਇਹ ਗਲੀ ਦਾ ਨਿਰਮਾਣ ਕਰਨਾ ਚਾਹੀਦਾ ਸੀ। ਸੋ ਸਾਡੇ ਨਾਲ ਪੰਡਿਤ ਆਸ਼ੂਤੋਸ਼ ਸ਼ਰਮਾ ਵੀ ਮੌਜੂਦ ਨੇ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਇਹਨਾਂ ਵੱਲੋਂ ਜਿਹੜਾ ਘੰਟਾ ਘਰ ਚੌਂਕ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੜਕ ਦੀ ਜਾਂਚ ਨੂੰ ਲੈ ਕੇ, ਸਿੱਧੇ ਤੌਰ ਤੇ ਜਿਹੜੀ ਚੇਤਾਵਨੀ ਵੀ ਦਿੱਤੀ ਗਈ ਸੀ ਹੁਸ਼ਿਆਰਪੁਰ ਤੋਂ ਜੋ ਮੌਜੂਦਾ ਕੈਬਨਿਟ ਮੰਤਰੀ ਨੇ ਬ੍ਰਹਮ ਸ਼ੰਕਰ ਜਿੰਪਾ ਨੂੰ। ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਜਦੋਂ ਵੀ ਇਹਨਾਂ ਨੂੰ ਪੁੱਛ ਲਓ ਇਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਕਿ ਅਸੀਂ ਤਾਂ ਕੋਈ ਭ੍ਰਿਸ਼ਟਾਚਾਰ ਕਰਨ ਵਾਲਾ ਬਖਸ਼ਣਾ ਨਹੀਂ। ਪਰ ਮੰਤਰੀ ਸਾਹਿਬ ਤੁਹਾਨੂੰ ਮੈਂ ਦੱਸਦੇ ਹਾਂ ਕਿ ਤੁਹਾਡੀ ਸਰਕਾਰ ਬਣੀ ਨੂੰ, ਤੁਹਾਨੂੰ ਬਣਿਆ ਨੂੰ 10 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਤੇ ਕਾਰਵਾਈਆਂ ਕਦੋਂ ਹੋਣੀਆਂ, ਕਦੋਂ ਭਾਗਾ ਭਰਿਆ ਸਮਾਂ ਆਵੇਗਾ। ਤੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਜਿਹੜਾ ਨਿਗਮ ਤੋਂ ਰਾਹ ਪਹਿਲਾਂ ਸਾਬਕਾ ਮੰਤਰੀਆਂ ਦੀ ਕੋਠੀਆਂ ਨੂੰ ਉਹ ਬੋਰੀ ਦੇਣ ਜਾਂਦਾ ਹੋਵੇ ਕਿ ਹੁਣ ਤੁਹਾਡੇ ਘਰ ਵੱਲ ਨਾ ਆਉਣ ਲੱਗ ਗਿਆ ਹੋਵੇ, ਕਿ ਜੋ ਅੱਜ ਤੱਕ ਜਿਹੜਾ 10 ਮਹੀਨੇ ਹੋ ਗਏ ਕੋਈ ਜਾਂਚ ਦਾ ਵਿਸ਼ਾ ਨਹੀਂ ਹੈ। ਪੰਡਿਤ ਜੀ ਲਗਾਤਾਰ ਤੁਹਾਡੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਪੰਡਿਤ ਬ੍ਰਹਮ ਸ਼ੰਕਰ ਜਿੰਪਾ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਹਰ ਵੇਲੇ ਮੂਵੀ ਜੀ ਬਣਾਉਂਦੇ ਰਹਿੰਦੇ ਨੇ, ਮੈਂ ਸੜਕ ਦਾ ਰੀਬਨ ਕੱਟਣ ਚਲਾ ਗਿਆ, ਮੈਂ ਟਿਊਬਲ ਦਾ ਉਦਘਾਟਨ ਕਰਨ ਚਲਾ ਗਿਆ। ਆਓ ਇੱਥੇ ਆ ਕੇ ਲਾਈਵ ਹੋਵੋ ਮੰਤਰੀ ਜੀ। ਇਹ ਬੜਾ ਦੁਰਭਾਗਯਪੂਰਨ ਹੈ ਕਿ ਸਾਡੇ ਮੰਤਰੀ ਸਾਹਿਬ ਜਿਹੜਾ ਐਦਾਂ ਦੀ ਸਥਿਤੀ ਤੇ ਵੀ ਉਹਨਾਂ ਨੇ ਆਣਾ ਆਪਣੇ ਆਪ ਨੂੰ ਮੁਨਾਸਿਬ ਨਹੀਂ ਸਮਝਿਆ। ਬਹੁਤ ਵੱਡਾ ਇੱਕ ਹਾਦਸਾ ਹੁਣ ਟੁਲਿਆ, ਬਹੁਤ ਵੱਡਾ ਜਿਹੜਾ ਹੈ। ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਨਲਾਇਕੀ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਜਿੱਥੇ ਏਡੀਸੀ ਡੀਸੀ ਲੈਵਲ ਦੇ ਇੱਥੇ ਹੋਣੇ ਚਾਹੀਦੇ ਸੀਗੇ ਤੇ ਸਾਰੇ ਮਹਿਕਮਿਆਂ ਨੂੰ ਇਕੱਠਾ ਕਰਕੇ ਇਹਨੂੰ ਰਾਤੋਂ ਰਾਤ ਜਿਹੜਾ ਕਰਨਾ ਚਾਹੀਦਾ ਸੀ। ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਇਹ ਸਾਂਭ ਲਿਆ, ਜੇ ਉਹ ਨੌਜਵਾਨ ਉਸ ਵੇਲੇ 5-7 ਮਿੰਟਾਂ ਦੇ ਵਿੱਚ 7 ਮਿੰਟ ਗਿਣਤੀ ਦੇ ਲੱਗੇ ਬੋਰੀ ਕੱਢਣ ਨੂੰ, ਤੇ ਇੰਨੀ ਦੇਰ ਦੇ ਵਿੱਚੋਂ ਜੇ ਉਹਨਾਂ ਨੂੰ ਥੱਲੇ ਨਾ ਕੱਢਦੇ, ਉਹ ਜਿਹੜੇ ਅੱਜ ਜਿਹੜਾ ਇੱਕ ਮੁੰਡਾ ਆ ਉਹਦੇ ਦਿਮਾਗ 'ਚ ਕਲੌਟ ਹੈ ਔਰ ਉਹਦੀ ਪਸਲੀਆਂ ਟੁੱਟੀਆਂ ਆ, ਫ੍ਰੈਕਚਰ ਹੈ, ਅੱਜ ਉਹ ਕਿਤੇ ਨਾ ਕਿਤੇ ਸੀਰੀਅਸ ਹੋ 'ਚ ਬੈਠਾ ਆ। ਤੇ ਕਿਆ ਇਹ ਪ੍ਰਸ਼ਾਸਨ ਦਾ ਕਿਸੇ ਤਰ੍ਹਾਂ ਦਾ ਕੋਈ ਸਾਰੀ ਰਾਤ ਗੁਜ਼ਰ ਗਈ, ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦਾ ਨੁਮਾਇੰਦਾ ਇੱਦਾਂ ਦਾ ਨਹੀਂ ਸੀਗਾ ਜਿਹੜਾ ਇੱਥੇ ਜਦੋਂ ਕਣਕ ਚੁਕਾਈ ਗਈ ਫੂਡ ਐਂਡ ਸਪਲਾਈ ਦੇ ਇੰਸਪੈਕਟਰ ਆ ਗਏ, ਉਹ ਬਾਰ-ਬਾਰ ਫੋਨ ਕਰਨ ਤੇ ਬੁਲਾਣਾ ਪਿਆ ਸਿਰਫ ਪੁਲਿਸ ਮਹਿਕਮਾ ਦਾ, ਜਿੱਦਾਂ ਰਾਣਾ ਜੀ ਨੇ ਦੱਸਿਆ ਪੁਲਿਸ ਮਹਿਕਮਾ ਕੇਵਲ ਇੱਕ ASI ਵਿਚਾਰਾ ਦੀਪੰਕਰ, ਉਹਦੇ ਨਾਲ 2 ਹਵਲਦਾਰ ਜਿਹੜੇ ਆ ਕੇ ਸਾਰਾ ਬੋਰੀਆਂ ਥੋੜੀ ਚੱਕਣੀਆਂ ਸੀਗੀਆਂ, ਉਹ ਤਾਂ ਆਪਣੀ ਕਾਨੂੰਨੀ ਕਾਰਵਾਈ ਨੂੰ ਆਏ ਹੋਣਗੇ। ਉਹਨਾਂ ਨੇ ਕੇਵਲ ਪਬਲਿਕ ਨੂੰ ਸਾਹਮਣਾ ਸੀ, ਹੰਗਾਮਾ ਨਾ ਹੋ ਜਾਵੇ। ਔਰ ਸਾਡੀ ਪਬਲਿਕ ਇੰਨੀ ਕਿ ਹੰਗਾਮਾ ਕਰਨ ਦੀ ਬਜਾਏ ਉਹਨਾਂ ਨੇ ਸਥਿਤੀ ਨੂੰ ਸਾਂਭਿਆ
ਤੇ ਉਲਟਾ ਉਹਨਾਂ ਦੀ ਜਾਨ ਰੱਖਿਆ ਔਰ ਬੋਰੀਆਂ ਸੰਭਾਲਣ ਦੇ ਵਿੱਚ ਪ੍ਰਸ਼ਾਸਨ ਦਾ ਅਹਿਮ ਰੋਲ ਨਿਭਾਇਆ, ਪ੍ਰਸ਼ਾਸਨ ਦਾ ਹੈਲਪ ਕੀਤੀ ਆ। ਪਰ ਪ੍ਰਸ਼ਾਸਨ ਫਿਰ ਅੱਖ ਬੰਦ ਕਰਕੇ ਬੈਠਾ ਹੈ। ਜੀ ਪਤਾ ਲੱਗਿਆ ਕਿ ਜਿਹੜੀ ਇਹ ਸੜਕ ਬਣੀ ਹੈ ਉੱਥੋਂ ਲੈ ਕੇ ਪੂਰੀ ਗੋਰਾ ਗੇਟ ਤੋਂ ਵੀ ਲੰਘਦਾ ਹੈ ਘੰਟਾ ਘਰ ਤੱਕ ਬਣੀ ਹੈ। ਇਹ ਜਿਹੜੀਆਂ ਕਹਿੰਦੇ ਟਾਈਲਾਂ ਲਗਾਈਆਂ ਗਈਆਂ ਨੇ ਇਹ ਨੌਨ ISI ਮਾਰਕ ਹੈ, ਕਿੰਨੀ ਕਿਸ ਚਾਹੀਏ ਇਸ ਵਿੱਚ ਵੀ? ਇਹ ਗੱਲ ਹੈ ਜੀ ਬਿਲਕੁਲ ਨੌਨ ISI ਆ ਔਰ ISI ਮੋਹਰਾਂ ਲਾਂਦੇ ਦੀ ਵੀਡੀਓ ਬਕਾਇਦਾ ਫੋਟੋਆਂ ਉਹ ਬਕਾਇਦਾ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਔਰ ਪ੍ਰਸ਼ਾਸਨ ਨੇ ਲਿਖਤੀ ਮੰਨਿਆ, ਪ੍ਰਸ਼ਾਸਨ ਨੇ ਲਿਖਤੀ ਮੰਨਿਆ, ਪ੍ਰਸ਼ਾਸਨ ਨੇ ਲਿਖਤੀ ਮੰਨਿਆ ਕਿ ਇਹ ISI ਮਾਰਕਾਂ ਨਹੀਂ ਹੈਗੀਆਂ, ਉਹ ਮੰਨਦੇ ਆ। ਦੂਜੀ ਗੱਲ 8,37,000 ਦਾ ਰੋਲਰ ਇੱਥੇ ਜਿਹੜਾ ਫੇਰਨ ਦਾ ਬਿੱਲ ਪਾਸ ਹੋਇਆ ਉਹ ਵੀ ਜਿਹੜਾ ਉਹਨਾਂ ਨੇ ਮੰਨਿਆ ਕਿ ਰੋਡ ਰੋਲਰ ਨਹੀਂ ਫਿਰਿਆ, ਪਰ ਕਾਰਵਾਈ ਕਰਨ ਨੂੰ ਕੋਈ ਤਿਆਰ ਨਹੀਂ। ਨਾ ਤਾਂ ਮਨਸ਼ਾ ਕੀ ਲੱਗਦੀ ਹੈ, ਕਿਉਂ ਨਹੀਂ ਕਾਰਵਾਈ ਹੋ ਰਹੀ? ਲਗਾਤਾਰ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਜਾਂ ਸਾਡੇ ਸ਼ਹਿਰ ਦੇ ਜਿਹੜੇ ਮੰਤਰੀ ਆ ਹੁਣ ਬ੍ਰਹਮ ਸ਼ੰਕਰ ਜਿੰਪਾ ਭ੍ਰਿਸ਼ਟਾਚਾਰ ਵਿਰੋਧੀ ਬਹੁਤ ਸਾਰੇ ਬਿਆਨ ਦਿੰਦੇ ਨੇ, ਕੀ ਇਹਨਾਂ ਦੀ ਮਨਸ਼ਾ ਲੱਗਦੀ ਹੈ, ਕਿਉਂ ਨਹੀਂ ਫਿਰ ਇਹ ਕਾਰਵਾਈ ਕਰ ਰਹੇ? ਮੈਂ ਨਾ ਇੱਕ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਆ। ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ, ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਆਈ ਸੀ। ਉਹ ਭ੍ਰਿਸ਼ਟਾਚਾਰ ਮੁਕਤ ਕਿੱਦਾਂ ਹੋਣਾ ਆ? ਜਿਹੜੇ ਅਫਸਰ MLA ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦਾ ਰਾਹ ਦਿਖਾਉਂਦੇ ਆ, ਜਦ ਅਸੀਂ ਉਹਨਾਂ ਨੂੰ ਪ੍ਰਮੋਸ਼ਨਾਂ ਦੇ ਕੇ ਦੁਬਾਰਾ ਉਸੇ ਗੱਦੀ ਤੇ ਆਸੀਨ ਕਰ ਦੇਣਾ ਤਾਂ ਭ੍ਰਿਸ਼ਟਾਚਾਰ ਕਿੱਦਾਂ ਸਮਾਪਤ ਹੋਊਗਾ? ਜਿਨ੍ਹਾਂ ਨੇ ਡਾਇਰੀਏ ਦੇ ਵਿੱਚ ਬੰਦੇ ਮਾਰੇ ਸੀ ਉਹੀ ਅਫਸਰ ਇਸ ਸੜਕ ਦਾ ਨਿਰਮਾਣ ਕਰਵਾਉਂਦੇ ਆ ਤੇ ਉਹੀ ਅਫਸਰ ਅੱਜ ਪ੍ਰਮੋਸ਼ਨ ਹੋ ਕੇ ਅੱਜ ਬਾਕੀ ਸੜਕਾਂ ਦਾ ਨਿਰਮਾਣ ਕਰਾ ਰਹੇ ਆ, ਤਾਂ ਭ੍ਰਿਸ਼ਟਾਚਾਰ ਮੁਕਤ ਕਿੱਦਾਂ ਹੋਊਗਾ? ਇਹ ਹੋ ਹੀ ਨਹੀਂ ਸਕਦਾ। ਇਹਦਾ ਹੁਣ ਨੁਕਸਾਨ ਕਿੰਨਾ ਹੈ ਪਤਾ ਨਹੀਂ, ਕਿੰਨੇ ਦਿਨ ਲੱਗਦੇ ਆ, 2 ਦਿਨ ਲੱਗਦੇ ਆ, 3 ਦਿਨ ਲੱਗਦੇ ਆ ਜਾਂ ਹਫ਼ਤਾ ਲੱਗਦਾ ਹੈ। ਤੇ ਕਿ ਮੇਨ ਬਾਜ਼ਾਰ ਹੈ, ਸਾਰਾ ਕੰਮ ਠੱਪ ਹੋ ਗਿਆ, ਉਧਰੋਂ ਲੈ ਕੇ ਇੱਧਰ ਤੱਕ ਜਿੰਨੀਆਂ ਵੀ ਦੁਕਾਨਾਂ, ਜਿੰਨੀ 100-150 ਦੁਕਾਨਾਂ, ਇਹਨਾਂ ਦਾ ਕੰਮ ਵੀ ਠੱਪ ਹੋ ਗਿਆ। 6 ਮਹੀਨੇ ਸੰਤਾਪ ਝੇਲਿਆ ਇਸ ਬਾਜ਼ਾਰ ਨੇ। ਜਦੋਂ ਇਹ ਰੋਡ ਬੰਨੀ ਸੀ ਚਿੱਕੜ ਦੇ ਵਿੱਚ ਆਪਣੇ ਬੂਟਾਂ ਨੂੰ, ਆਪਣੇ ਕੱਪੜਿਆਂ ਨੂੰ ਖਰਾਬ ਕਰਕੇ ਦੁਕਾਨਾਂ ਦੇ ਛੱਟੇ ਪਏ, ਦੁਕਾਨਾਂ ਦੇ ਅੰਦਰ ਪਾਣੀ ਆਇਆ, ਚਿੱਕੜ ਆਇਆ, ਕਈ ਦੁਕਾਨਾਂ ਨੀਵੀਆਂ ਆ, ਉਹ ਸਾਰਾ ਇਹਨਾਂ ਨੇ ਸੰਤਾਪ ਝੇਲਿਆ। ਉਸ ਤੋਂ ਬਾਅਦ ਇਹਨਾਂ ਨੂੰ ਮਿਲਿਆ ਕਿ ਸਾਰੀ ਉਮਰ ਦਾ ਸੰਤਾਪ ਜਿਹੜਾ ਇਹ ਰੋਡ ਦੇ ਭ੍ਰਿਸ਼ਟਾਚਾਰ ਨੇ ਉਹਨਾਂ ਨੂੰ ਸਾਰੀ ਉਮਰ ਦੇ ਦਿੱਤਾ। ਜਦੋਂ ਪਾਣੀ ਆਂਦਾ ਆ, ਅਸੀਂ ਪਿਛਲੇ ਮੰਤਰੀ ਨੂੰ ਕਹਿੰਦੇ ਸੀ ਜਿਹੜਾ ਅੱਜ ਜੇਲ੍ਹ 'ਚ ਬੈਠਾ ਸੁੰਦਰ ਸ਼ਾਮ ਅਰੋੜਾ, ਉਹਨੇ ਅਫਸਰਾਂ ਨਾਲ ਲੜ ਕੇ ਘੁਟਾਲਾ ਕੀਤਾ। ਕਿਆ ਸਾਡੇ ਇਸ ਮੰਤਰੀ ਦਾ ਫਰਜ਼ ਕੋਈ ਨਹੀਂ ਬਣਦਾ ਕਿ ਉਸ ਭ੍ਰਿਸ਼ਟ ਜਿਹੜੇ ਸਾਡੇ ਅਫਸਰ ਸੀਗੇ ਉਹਨਾਂ ਤੇ ਕਾਰਵਾਈ ਕਰ, ਇਸ ਰੋਡ ਨੂੰ ਦੁਬਾਰਾ ਨਿਰਮਾਣ ਕਰਾਇਆ ਜਾਵੇ ਔਰ ਰੋਡ ਦਾ ਨਿਰਮਾਣ ਵੀ ਦੁਕਾਨਦਾਰਾਂ ਦੀ ਸਹੂਲੀਅਤ ਨੂੰ ਦੇਖ ਕੇ ਕੀਤਾ ਜਾਵੇ। ਜਿੱਥੇ ਇਸ ਰੋਡ ਨੂੰ ਦਾਰੇ ਦਰ ਪੱਟ ਕੇ ਇਹਨੂੰ ਦੁਬਾਰਾ ਨਿਰਮਾਣ ਕਰਨ ਦੀ ਕੀਤੀ ਜਾਵੇ, ਸ਼ਨੀ ਐਤਵਾਰ ਵਾਲੇ ਦਿਨ ਇਸ ਰੋਡ ਦਾ ਕੰਮ ਕਰਵਾਇਆ ਜਾਵੇ। ਇਹ ਤਾਂ ਇੱਕ ਅਲਟੀਮੇਟਮ ਦੇ ਦਿੱਤਾ ਜਾਵੇ ਕਿ ਭਾਈ 2 ਦਿਨ ਬਾਜ਼ਾਰ ਆ ਜਿਹੜਾ ਪੂਰਾ ਬੰਦ ਰੱਖਿਆ ਜਾਵੇ, ਕਿ ਅਸੀਂ ਤੁਹਾਡੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿਹੜਾ ਸੜਕ ਦਾ ਜਿਹੜਾ ਨਿਰਮਾਣ ਆ ਦੁਬਾਰਾ ਕਰਵਾਉਣਾ। ਇਹਨੂੰ ਪਾਰਟ ਬਾਈ ਪਾਰਟ ਕੀਤਾ ਜਾ ਸਕਦਾ, ਸਭ ਕੁਝ ਕੀਤਾ ਜਾ ਸਕਦਾ ਜੇ ਸਾਡੀ ਮਨਸ਼ਾ ਹੋਵੇ। ਦੂਜੀ ਗੱਲ, ਜਿਹੜਾ ਇਹ ਹਾਦਸਾ ਹੋਇਆ ਇਹ ਮੰਤਰੀ ਨੂੰ ਅਗਾਹ ਕਰਾ ਰਿਹਾ ਆ ਕਿ ਤੁਸੀਂ ਇਸ ਚੀਜ਼ ਨੂੰ ਦੇਖੋ, ਇਹ ਮੁੱਖ ਬਾਜ਼ਾਰ ਹੈ, ਇੱਥੇ ਦੇ ਮੁੱਖ ਕੇਂਦਰ ਨੂੰ ਤੁਸੀਂ ਸਹੀ ਕਰੋ। ਨਾ ਤਾਂ ਇਹ 'ਚ ਗਟਕਾ ਹੈਗਾ, ਇਹੀ ਸੜਕਾਂ ਤੇ ਸੀਮੈਂਟ ਹੈਗਾ। ਇੱਕ ਸਮਾਂ ਸੀ ਜਦੋਂ ਚੋਣਾਂ ਤੋਂ ਪਹਿਲਾਂ ਮੰਤਰੀ ਸਾਹਿਬ ਇਹੀ ਸੜਕਾਂ ਤੇ ਧਰਨੇ ਲਾਉਂਦੇ ਫਿਰਦੇ ਸੀ ਘੰਟਾ ਘਰ ਨੂੰ, ਕਦੀ ਗੰਦਗੀ ਪੈ ਗਈ, ਕਦੀ ਇੱਥੇ ਰੋਡ ਦੀ ਜਾਂਚ ਕਰਵਾਈ ਜਾਵੇ। ਆ ਤਾਂ ਸਾਰਾ ਦਾਰੋਮਦਾਰ ਵੀ ਆਪਣਾ, ਅਫਸਰਸ਼ਾਹੀ ਆਪਣੀ ਹੈ, ਨਿਗਮ ਆਪਣੀ ਹੈ, ਸਾਰਾ ਕੁਝ ਆਪਣਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਅਰ ਸਾਹਿਬ ਅੱਜ ਸਵੇਰ ਤੱਕ ਵੀ ਨਹੀਂ ਪਹੁੰਚੇ ਇੱਥੇ। ਹੋ ਸਕਦਾ ਕਿ ਚਲੋ ਕੱਲ ਉਹਨਾਂ ਦੇ ਹਾਦਸਾ ਵਾਪਰਿਆ ਇੱਕ ਉਸ ਮਜਬੂਰੀ ਕਰਕੇ ਨਾ ਆਏ ਹੁਣ, ਪਰ ਮੇਅਰ ਸਾਹਿਬ ਉਹ ਇਕੱਲੇ ਆਪਣੇ ਵਾਰਡ ਦੇ ਮੇਅਰ ਥੋੜੀ ਹੈ। ਜੋ ਆਪਾਂ ਉਹਨਾਂ ਦੀ ਕਾਰਗੁਜ਼ਾਰੀ ਦੇਖਦੇ ਆ ਮੇਅਰ ਸਾਹਿਬ ਦੀ, ਉਹ ਪਿੰਡਾਂ ਵਿੱਚ ਘੁੰਮ ਰਹੇ ਆ। ਬਿਲਕੁਲ ਬੜੀ ਮਾੜੀ ਗੱਲ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਸੁਣਨ ਨੂੰ ਤਿਆਰ ਨਹੀਂ। ਕਾਰਵਾਈ ਤਾਂ ਕੀ ਕਰਨੀ ਆ? ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਲੋਕਾਂ ਦੀ ਆਵਾਜ਼ ਸੁਣਨ ਨੂੰ, ਅਸੀਂ ਕਦੀ ਵੀ ਮੁੱਦਿਆਂ ਤੋਂ ਨੱਠ ਕੇ ਜਿਹੜਾ ਹੈਗਾ ਆ, ਕਦੀ ਵੀ ਮੁੱਦਿਆਂ ਤੋਂ ਨੱਠ ਕੇ ਅਸੀਂ ਸਰਕਾਰ ਨਹੀਂ ਚਲਾ ਸਕਦੇ। ਬ੍ਰਹਮ ਸ਼ੰਕਰ ਜਿੰਪਾ ਜੀ ਸਾਡੇ ਵੱਡੇ ਭਰਾ ਨੇ, ਅਸੀਂ ਉਹਨਾਂ ਨੂੰ ਕਹਿ ਰਹੇ ਹਾਂ, ਇਹ ਰਿਕੁਐਸਟ ਕਰ ਰਹੇ, ਚੇਤਾਵਨੀ ਦੇ ਰਹੇ, ਜੋ ਮਰਜ਼ੀ ਤੁਸੀਂ ਸਮਝ ਲਓ ਜਿੰਪਾ ਜੀ, ਪਰ ਤੁਹਾਨੂੰ ਮੌਕੇ ਤੇ ਆਉਣਾ ਚਾਹੀਦਾ ਆ, ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਆ। ਜੇ ਸਾਡੀਆਂ ਕੋਈ ਖਾਮੀਆਂ ਆ ਤਾਂ ਤੁਹਾਨੂੰ ਦੂਰ ਕਰਨੀਆਂ ਪੈਣੀਆਂ ਆ। ਪਿਛਲੀ ਸਰਕਾਰਾਂ ਦੀ ਖਾਮੀਆਂ ਤੇ ਕੇਵਲ ਲਾਂਛਨ ਲਾ ਕੇ ਇਹ ਮੁੱਦਿਆਂ ਤੋਂ ਭਟਕਾਇਆ ਨਹੀਂ ਜਾ ਸਕਦਾ। ਸਾਨੂੰ ਕਾਰਵਾਈ ਕਰਨੀ ਪੈਣੀ ਹੈ। ਜਿਹੜਾ ਗਿਰਿਆ ਆ ਇਹ ਸਾਫ਼ ਦਿਖਾ ਰਿਹਾ ਆ ਕਿ ਅੱਗੇ ਜਿਹੜਾ ਰੋਡ ਹੈਗਾ ਸਾਰਾ ਹੀ ਖੋਖਲਾ ਆ, ਸੀਵਰੇਜ ਟੁੱਟੇ ਪਏ ਨੇ, ਸਰੀਏ ਤੱਕ ਕੁਝ ਹੈ ਹੀ ਨਹੀਂ। ਅਗਲੇ ਚੈਂਬਰ 2-3 ਵਾਰੀ ਢੋਲਕੀਆਂ ਵਾਲੀ ਗਲੀ ਤੋਂ ਲੈ ਕੇ ਘੰਟਾ ਘਰ ਤੱਕ 3-4 ਵਾਰੀ ਚੈਂਬਰ ਪਾਸ ਹੋ ਚੁੱਕੇ, ਦੁਬਾਰਾ ਚੇਂਜ ਹੋ ਚੁੱਕੇ ਆ, ਉਹ ਦੂਏ ਦਿਨ ਟੁੱਟ ਜਾਂਦੇ ਆ, ਫਿਰ ਅਸੀਂ ਉੱਥੇ ਦੇ ਉੱਥੇ ਹੀ ਆ। ਤੇ ਇਹਨੂੰ ਜਦ ਤੱਕ ਅਸੀਂ ਬੁਨਿਆਦੀ ਤੌਰ ਤੇ ਸਹੀ ਨਹੀਂ ਕਰਦੇ ਤਦ ਤੱਕ ਇਹਦੀ ਜਿਹੜਾ ਸੜਕ ਦਾ ਕੋਈ ਫਾਇਦਾ ਨਹੀਂ। ਤੇ ਇਹ ਇਸ ਵੇਲੇ ਬਾਜ਼ਾਰ ਆਪਣੇ ਆਪ ਨੂੰ ਬੰਦ ਕਰਨ ਨੂੰ ਤਿਆਰ ਬੈਠਾ ਆ ਕਿ ਅਸੀਂ ਰੋਸ ਪ੍ਰਦਰਸ਼ਨ ਕਰ, ਜਿੰਪਾ ਜੀ ਤੁਹਾਡੇ ਵੱਲ ਨੂੰ ਵੀ ਆਉਣ ਨੂੰ ਤਿਆਰ ਹੈ, DC ਮੈਡਮ ਵੱਲ ਨੂੰ ਵੀ ਆਉਣ ਨੂੰ ਤਿਆਰ ਹੈ,
ਸਾਨੂੰ ਦੱਸੋ ਅਸੀਂ ਕੀ ਕਰੀਏ ਕਿ ਸਾਨੂੰ ਇਸ ਬਾਜ਼ਾਰ ਦਾ ਸੁਧਾਰ ਮਿਲੇ, ਇਨਸਾਫ ਮਿਲੇ। ਸੋ ਇੱਥੇ ਹੋਰ ਵੀ ਦੁਕਾਨਦਾਰ ਵੀ ਵੱਡੀ ਗਿਣਤੀ ਦੇ ਵਿੱਚ ਕੈਮਰਾ ਪਰਸਨ ਨੂੰ ਕਹਾਂਗਾ ਕਿ ਦਿਖਾ ਦੇਣ ਇੱਕ ਵਾਰੀ। ਇਹ ਸਾਰੇ ਦੁਕਾਨਦਾਰ ਹੀ ਇੱਥੇ ਮੌਜੂਦ ਨੇ, ਹੋਰ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰ ਲੈਂਦੇ। ਭਾਈ ਸਾਹਿਬ ਕਿਆ ਨਾਮ ਹੈ ਜੀ ਤੁਹਾਡਾ? ਮੇਰਾ ਸ਼ੰਮੀ ਸ਼ਰਮਾ। ਕਿਸ ਤਰ੍ਹਾਂ ਵੇਖਦੇ ਹੋ ਜੋ ਇਹ ਹਾਦਸਾ ਵਾਪਰਨ ਨੂੰ, ਇੱਕ ਵੱਡਾ ਹਾਦਸਾ ਹੋਣੋਂ ਜਿਹੜਾ ਟਲਿਆ? ਇਹ ਬਹੁਤ ਮਾੜਾ ਹੋਇਆ ਜਿਹੜਾ ਵੀ ਹੋਇਆ ਕੰਮ। ਇਹ ਨਾ ਟਰਾਲੀ ਇੰਨੀ ਓਵਰਲੋਡ ਕਰਕੇ ਇੱਧਰ ਨਹੀਂ ਲਿਆਣੀ ਚਾਹੀਦੀ ਸੀ ਇਹਨਾਂ ਨੂੰ, ਜਿਹੜਾ ਇਹ ਹਾਦਸਾ ਵਾਪਰਿਆ। ਸੜਕ ਦੀ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ISI ਮਾਰਕਾਂ ਨਹੀਂ ਹੈਗੀ ਇੱਥੇ, ਜਿਹੜੀਆਂ ਟਾਈਲਾਂ ਲਗਾਈਆਂ, ਭ੍ਰਿਸ਼ਟਾਚਾਰ ਦਾ ਸਿੱਧਾ ਤੌਰ ਤੇ ਬੋਲਬਾਲਾ, ਪਰੰਤੂ ਅੱਜ ਤੱਕ ਕੋਈ ਕਾਰਵਾਈ ਨਹੀਂ। ਹਾਂਜੀ, ਇਹ ਕਿਸ ਤਰ੍ਹਾਂ ਬਦਲਾਅ ਦੇਖਦੇ ਹੋ? ਬਹੁਤ ਸਾਰਾ ਬਦਲਾਅ ਤਾਂ ਹੋ ਗਿਆ ਦਿੱਤਾ ਗਿਆ। ਇਹ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ, ਇਹ ਸੜਕ ਦੀ ਰਿਪੇਅਰ ਦੁਆਰਾ, ਇਹ ਸੜਕ ਦੁਆਰਾ ਬਣਨੀ ਚਾਹੀਦੀ। ਕੀ ਕਹਿਣਾ ਚਾਹੁੰਦੇ ਹੋ ਅੰਕਲ ਜੀ? ਅਪ੍ਰੈਲ 2021 ਦੇ ਵਿੱਚ RDI ਪਾਈ ਸੀਗੀ। ਇਹ ਹਾਦਸੇ ਦੇ ਨਾਲ ਜਿਹੜੇ ਪਹਿਲਾਂ ਪੋਲ ਖੁੱਲੇ ਆ, ਇੱਕ ਨਵਾਂ ਵਿੱਚ ਐਡ ਹੋ ਗਿਆ। ਇਹਨਾਂ ਨੇ ਗਟਕਾ ਨਹੀਂ ਪਾਇਆ, ਨਾ ਹੀ ਇਹਨਾਂ ਨੇ ਪ੍ਰੀਮਿਕਸ ਪਾਈ ਆ, ਨਾ ਹੀ ਰੋਲਰ ਪਾਈ ਆ। ISI ਮਾਰ ਟਾਇਰਾਂ ਨੂੰ ਲਿਖਤੀ ਮੰਨਦਾ ਪਿਆ ਕਾਰਪੋਰੇਸ਼ਨ, ਅਸੀਂ ਨਹੀਂ ਲਵਾਈਆਂ। ਪਹਿਲੀ ਗੱਲ, ਇਹਨਾਂ ਨੂੰ ਮੈਂ 3 ਸਵਾਲ ਮੇਰੇ ਇਹਨਾਂ ਦੇ ਕੋਲ ਪੈਂਡਿੰਗ ਆ, ਕਿਸ ਹਦਾਇਤਾਂ ਦੇ ਮੁਤਾਬਕ ਇਹਨਾਂ ਨੇ ਟਾਇਲਾਂ ਲਾਈਆਂ। ਨੰਬਰ 1, ਇਹ ਹਦਾਇਤਾਂ ਨਹੀਂ ਦਿਖਾ ਸਕੇ। ਜਿਹੜਾ ਮਟੀਰੀਅਲ ਯੂਜ਼ ਕੀਤਾ ਉਹਦੀ ਕੁਆਲਿਟੀ ਚੈੱਕ ਦੀ ਰਿਪੋਰਟ ਨਹੀਂ ਪੇਸ਼ ਕਰ ਸਕੇ, ਹਾਂਜੀ। ਤੀਜਾ, ਠੇਕੇਦਾਰ ਨੂੰ ਛੋਟੀ ਜਿਹੀ ਲੈਟਰ ਲਿਖ ਦਿੰਦੇ ਆ। ਅਬ ਮਈ 'ਚ ਸੜਕ ਖਤਮ ਹੋਈ ਆ, ਜੂਨ ਤੋਂ ਲੈ ਕੇ ਹੁਣ ਤੱਕ 12 ਲੈਟਰ ਠੇਕੇਦਾਰ ਨੂੰ ਲਿਖੇ ਆ, ਰਿਪੇਅਰ ਕਰੋ। ਉਸ ਠੇਕੇਦਾਰ ਨੇ ਇੱਕ ਦਿਨ ਆ ਕੇ ਸਾਰ ਵੀ ਨਹੀਂ ਲਈ। ਠੇਕੇਦਾਰ ਕੌਣ ਹੈ? ਉਹ ਸ਼ੈਲੀ ਹੈ, ਕੋਈ ਜੱਲੋ ਸੁਸਾਇਟੀ ਹੈ, ਉਹਦੇ ਸ਼ੈਲੀ ਨੇ ਮੋਹਰੇ ਹੋ ਕੇ ਕੰਮ ਕਰਾਇਆ। ਜਦੋਂ ਐਕਸ਼ਨ ਸਾਹਿਬ ਨਾਲ ਗੱਲ ਕਰਦੇ ਆ, ਉਹ ਕਹਿੰਦੇ ਜੀ ਇਹ ਜਿਹੜੇ ਚੈਂਬਰ ਟੁੱਟਦੇ ਆ ਨਾ ਜੀ, ਇਹ ਬਾਜ਼ਾਰ ਵਾਲੇ ਆਪ ਤੋੜ ਦਿੰਦੇ ਆ। ਮੇਰੇ ਸਮਝ ਨਹੀਂ ਆਉਂਦੀ ਕਿ ਐਕਸ਼ਨ ਸਾਹਿਬ ਇਹ ਗੱਲ ਕਿੱਦਾਂ ਕਹਿ ਸਕਦੇ ਆ। ਕਿੱਦਾਂ ਕਿ ਦੁਕਾਨਾਂ ਵਾਲੇ ਵਿੱਚ ਵੜਦੇ ਆ ਰਾਤੋਂ ਰਾਤ ਸੜਕ ਪੱਟ ਕੇ? ਇਹ ਐਕਸ਼ਨ ਸਾਹਿਬ ਨੂੰ ਪੁੱਛਣਾ ਚਾਹੀਦਾ ਨਾ। ਮੇਰੀ ਸਰਕਾਰ ਤੋਂ ਜਾਂ ਕੋਈ ਤੁਹਾਡੇ ਇਦਾਂ ਦੇ ਦੁਕਾਨਦਾਰ ਕੋਈ ਸ਼ਕਤੀਮਾਨ ਹੋਵੇ ਜਿਹੜਾ ਇਹ ਰਾਤੋਂ ਰਾਤ ਸੜਕ ਦੇ ਵਿੱਚ ਵੜ ਕੇ ਐਕਸ਼ਨ ਸਾਹਿਬ ਦਾ ਦੱਸਣ ਤੋਂ ਆ ਕੇ ਚੈਂਬਰ ਤੋੜ ਦਿੰਦਾ ਜੀ? ਇਸ ਲਈ ਸਰਕਾਰ ਤੋਂ ਇੱਕੋ ਹੀ ਮੰਗ ਵਾ, ਜੇਈ ਤੇ ਐਕਸ਼ਨ, ਉਹਨਾਂ ਦੇ ਕੋਲੋਂ ਸਾਰੀ ਜਿਹੜੇ ਬਿੱਲ ਪਾਸ ਹੋਏ ਆ ਉਹਦੀ ਭਰਵਾਈ ਕੀਤੀ ਜਾਵੇ ਤੇ ਇਸ ਸੜਕ ਨੂੰ ਦੁਬਾਰਾ ਲੁੱਕ ਦਾ ਨਿਰਮਾਣ ਕਰਾਇਆ ਜਾਵੇ ਤੇ ਕਿਸੇ ਚੰਗੇ ਠੇਕੇਦਾਰ ਨੂੰ ਪੈਸਾ ਦਿੱਤਾ ਜਾਵੇ। ਸ਼ਾਮ ਸੁੰਦਰ ਅਰੋੜਾ ਨੂੰ ਆਪਾਂ ਕਰਪਟ ਕਹਿੰਦੇ ਸੀਗੇ, ਉਹਦਾ ਅੰਦਰ ਚਲੇ ਗਏ, ਉਹ ਭੁਗਤ ਰਹੇ ਆ। ਜਿੰਪਾ ਸਾਹਿਬ ਮੇਰੇ ਨਾਲ ਸੀਗੇ ਜਦੋਂ ਇਲੈਕਸ਼ਨ ਦੇ ਸੀ, ਘੰਟਾ ਘਰ ਖੋਲ੍ਹ ਕੇ ਰਿਪੋਰਟ ਦਿੱਤੀ। ਜਦ ਮੈਂ ਆ ਗਿਆ, ਸਭ ਤੋਂ ਪਹਿਲਾਂ ਸੜਕ ਦਾ ਕੰਮ ਕਰਾਊਂਗਾ। ਆਇਆ ਨੂੰ 10 ਮਹੀਨੇ ਹੋ ਗਏ, ਕੰਮ ਦਾ ਕੀ ਕਰਾਣਾ, ਦਰਸ਼ਨ ਹੀ ਨਹੀਂ ਦਿੱਤੇ, ਬੋਲਣੋਂ ਬੰਦ ਹੋ ਗਏ, ਦਰਸ਼ਨ ਹੀ ਨਹੀਂ ਦਿੱਤੇ। ਜਿੰਪਾ ਜੀ ਦੀ ਤਾਂ ਯਾਰ ਤਾਰੀਫ ਕਰਨੀ ਬਣਦੀ ਆ ਕਿ ਜਿਹੜੇ ਬੰਦੇ ਨੇ ਉਹਦਾ ਸਾਥ ਦਿੱਤਾ, ਉਹਨਾਂ ਨੇ ਬੁਲਾਣਾ ਬੰਦ ਕਰ ਦਿੱਤਾ। ਮਤਲਬ ਕਿ ਭੁਲਾ ਤਾਂ ਹੋਰ ਚੀਜ਼ ਹੁੰਦੀ ਨਾ, ਬੁਲਾਣਾ ਹੀ ਬੰਦ ਕਰਤਾ। ਔਰ ਦੇਖ ਕੇ ਅੱਖਾਂ ਵੀ ਐ ਨਾ ਘੁਮਾ ਕੇ ਨਿਕਲ ਜਾਂਦੇ। ਉਹਨਾਂ ਨੂੰ ਇੱਕ ਸ਼ੌਕ ਬੜਾ ਵਧੀਆ ਲੱਗਿਆ ਹੈਗਾ ਕਿ ਸਾਡੇ ਨਾ ਬਾਹਰਲੇ ਬਾਜ਼ਾਰ ਦੇ ਵਿੱਚ ਇੱਕ ਛੋਟੀ ਗਲੀ ਆ 12-14 ਫੁੱਟ ਦੀ, ਉਹ ਪਹਿਲਾਂ ਬਣੀ ਹੋ ਸੀਗੀ। ਫਟਾਫਟ ਆਏ, ਉੱਥੇ ਇੱਕ ਪੱਥਰ ਲਗਵਾਇਆ ਤੇ ਆਪਣੀ ਫੋਟੋ ਖਿਚਾਈ ਤੇ ਅਖਬਾਰ 'ਚ ਲਗਵਾਤੀ। 5-6 ਗਲੀਆਂ ਛੋਟੀਆਂ ਇਦਾਂ ਦੀਆਂ ਕਿ ਉਹਨੇ ਪੱਥਰ ਲਗਵਾਇਆ ਤੇ ਆਪਣੀ ਅਖਬਾਰ 'ਚ ਫੋਟੋ ਲਗਵਾਤੀ। ਮੈਂ ਕਹਿੰਦਾ ਅਸੀਂ ਅਰੋੜਾ ਨੂੰ ਕਹਿੰਦੇ ਸੀਗੇ ਕਿ ਬਈ ਉਹ ਪਲਾਸ ਲੈ ਕੇ ਹਰ ਜਗ੍ਹਾ ਘੁੰਮਦਾ, ਜਗ੍ਹਾ ਘੁੰਮਦਾ। ਪਰ ਜਿਹੜਾ ਇਹ ਬ੍ਰਹਮ ਸ਼ੰਕਰ ਜਿੰਪਾ, ਇਸ ਨੂੰ ਤਾਂ ਉਸ ਤੋਂ ਵੀ ਜ਼ਿਆਦਾ ਸ਼ੌਕ ਹੈ, ਸਿਰਫ ਅਖਬਾਰ ਦੇ ਵਿੱਚ ਆਉਣ ਦਾ ਸ਼ੌਕ ਹੈ, ਕੰਮ ਬਿਲਕੁਲ ਨਹੀਂ ਕਰਦਾ। ਨਹੀਂ, ਪਾਰਟੀ 'ਚ ਤਾਂ ਇੱਕੋ ਹੀ ਰਹੇ ਹੋ ਰਾਣਾ ਜੀ। ਸਾਥੀ ਹੈ ਨਾ, ਆਦਤ ਪੈ ਜਾਂਦੀ ਹੈ। ਦੇਖੋ ਅਰੋੜਾ ਉਹਦਾ ਗੁਰੂ ਸੀਗਾ, ਇਹਨੂੰ ਮੇਅਰ ਨਹੀਂ ਬਣਾਇਆ ਔਰ ਇਸ ਨੇ ਛੱਡ ਦਿੱਤਾ। ਲੋਕਾਂ ਨੇ ਸੋਚਿਆ ਅਸੀਂ ਨਵਾਂ ਕੁਝ ਲੈ ਕੇ ਆਉਂਦੇ ਆ ਤੇ ਇਹ ਕੁਝ ਕਰੂਗਾ, ਲੇਕਿਨ ਇਹ ਉਹਦੇ ਪਾਏ ਪੂਰਨਿਆਂ ਦੇ ਚੱਲਦਾ ਪਿਆ। ਅੰਦਰ ਉਹ ਵੀ ਗਿਆ। ਜੇ ਇਹਦੀਆਂ ਵੀ ਹਰਕਤਾਂ ਇਹੋ ਜਿਹੀਆਂ ਨੇ ਤਾਂ ਰੱਬ ਜਾਣੇ ਇਹਦੇ ਨਾਲ ਵੀ ਕੀ ਹੋਣਾ। ਸੋ ਇਹ ਸਨ ਹੁਸ਼ਿਆਰਪੁਰ ਕਮੇਟੀ ਬਾਜ਼ਾਰ ਦੇ ਦੁਕਾਨਦਾਰ। ਕਿਸ ਕਦਰ ਗੁੱਸੇ ਦੀ ਲਹਿਰ ਆ ਜੋ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸੋ ਇਹਨਾਂ ਦੁਕਾਨਦਾਰਾਂ ਦੀਆਂ ਗੱਲਾਂ ਤੋਂ, ਇਹਨਾਂ ਗੱਲਾਂ ਦੀਆਂ ਸ਼ਬਦਾਂ ਤੋਂ ਜਿਹੜਾ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੋ ਮੰਤਰੀ ਸਾਹਿਬ ਹੁਸ਼ਿਆਰਪੁਰ ਸ਼ਹਿਰ ਦੇ ਮੇਨ ਦੁਕਾਨਦਾਰ ਨੇ ਜੋ ਤੁਹਾਡੇ ਤੋਂ ਬਹੁਤ ਜ਼ਿਆਦਾ ਖਫਾ ਨੇ, ਨਾਰਾਜ਼ ਨੇ। ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ। ਮੈਂ ਵੀ ਤੁਹਾਨੂੰ ਅਪੀਲ ਕਰਦਾ ਆਪਣੇ ਵੱਲੋਂ ਕਿ ਜੇਕਰ ਤੁਸੀਂ ਹਰ ਥਾਂ ਤੇ ਜਾ ਕੇ, ਕਿਸੇ ਧਾਰਮਿਕ ਸਮਾਗਮ ਤੇ ਜਾ ਕੇ ਕਿਸੇ ਦੇ ਗਲੇ 'ਚ ਤੁਸੀਂ ਸਰੋਪਾ ਪਾਉਂਦੇ ਹੋ, ਉੱਥੇ ਜਾ ਕੇ ਵੀ ਤੁਸੀਂ ਲਾਈਵ ਹੋ ਜਾਂਦੇ ਹੋ। ਤੇ ਜੇਕਰ ਤੁਸੀਂ ਸੱਚੇ ਜਨ ਹਿਤੈਸ਼ੀ ਹੋ, ਆਪਣੇ ਆਪ ਨੂੰ ਲੋਕਾਂ ਦਾ ਰਖਵਾਲਾ ਦੱਸਦੇ ਹੋ, ਤਾਂ ਇਸ ਥਾਂ ਤੇ ਆ ਕੇ ਲਾਈਵ ਹੋਵੋ। ਜੇਕਰ ਹਿੰਮਤ ਰੱਖਦੇ ਹੋ, ਜੁਰਤ ਰੱਖਦੇ ਹੋ, ਇਸ ਥਾਂ ਤੋਂ ਆ ਕੇ ਲਾਈਵ ਹੋਵੋ ਤੇ ਲਾਈਵ ਹੋ ਕੇ ਅਨਾਉਂਸਮੈਂਟ ਕਰੋ ਕਿ ਭਾਈ ਮੈਂ 2 ਦਿਨ 4 ਦਿਨ ਜਾਂ 1 ਮਹੀਨੇ ਦੀ ਇੱਥੇ ਜਾਂਚ ਕਰਵਾਉਣਾ ਤੇ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਵਿਰੁੱਧ ਜਿਹੜੀ ਕਾਰਵਾਈ ਮੈਂ ਅਮਲ 'ਚ ਲਿਆਵਾਂਗਾ। ਇੱਕ ਮਿੰਟ ਕੁਛ ਕਹਿਣਾ। ਇੱਕ ਗੱਲ ਰਹਿ ਗਈ ਹੈ, ਸਾਨੂੰ ਨਹੀਂ ਜਾਂਚ ਨਹੀਂ ਹੋਣੀ ਚਾਹੀਦੀ, ਲੇਕਿਨ ਜਿਹੜੇ ਹਾਦਸਾ ਹੋਇਆ ਨਾ, ਇਸ ਦੇ ਵਿੱਚ ਇੱਕ ਤਾਂ ਨਗਰ ਨਿਗਮ ਦੇ ਜਿੰਨੇ ਵੀ ਅਫਸਰ ਹੈ ਉਹਨਾਂ ਤੇ ਮੁਕੱਦਮਾ ਬਣਦਾ। ਇੱਕ ਟਰਾਲੀ ਓਵਰਲੋਡ ਆਈ ਹੈ ਫੂਡ ਸਪਲਾਈ ਦਫ਼ਤਰ 'ਚੋਂ। ਜਿਹੜੇ ਵੀ ਬੰਦੇ ਨੇ ਇੱਕ ਟਰਾਲੀ ਦੇ ਵਿੱਚ, ਐਕਚੁਅਲੀ ਇਹ ਟਰਾਲੀਆਂ ਕਮਰਸ਼ੀਅਲ ਨਹੀਂ ਹੈ, ਇਹ ਖੇਤੀਬਾੜੀ ਲਈ ਬਣਾਈਆਂ। ਜਿਹੜੇ ਬੰਦੇ ਨੇ ਟਰਾਲੀ ਦੇ ਵਿੱਚ ਇੰਨਾ ਜ਼ਿਆਦਾ ਲੋਡ ਪਾਇਆ,
ਫੂਡ ਸਪਲਾਈ ਦੇ ਅਫਸਰ ਨੇ, ਉਹਦੇ ਤੇ ਵੀ ਇੱਕ ਮੁਕੱਦਮਾ ਚਾਹੀਦਾ ਹੈਗਾ। ਠੀਕ ਹੈ ਨਾ ਜੀ। ਉਸ ਤੋਂ ਬਾਅਦ ਆ ਜਾਈਏ ਜੀ ਆਪਾਂ ਇੱਕ ਹੋਰ ਡਿਪਾਰਟਮੈਂਟ ਬਣਦਾ ਜਿਹਨੇ ਟਰਾਲੀ ਪਾਸ ਕੀਤੀ ਆ, ਡੀਟੀਓ ਡਿਪਾਰਟਮੈਂਟ ਮੇਰੇ ਖਿਆਲ ਸ਼ਾਇਦ ਜਾਂ ਕੋਈ ਇਹਦੇ ਨਾਲ ਸੰਬੰਧਿਤ ਅਦਾਰਾ ਆਰਟੀਓ ਵਗੈਰਾ ਪਾਸ ਕਰਦਾ, ਇੱਕ ਮੁਕੱਦਮਾ ਉਸ ਦੇ ਉੱਤੇ ਵੀ ਬਣਦਾ ਹੈਗਾ। ਸੋ ਇਹ ਸਾਰੇ ਜਿਹੜੇ ਮੁਕੱਦਮੇ ਆ ਨਾ, ਇਹ ਇਸ ਹਾਦਸੇ ਦੇ ਨਾਲ ਪਹਿਲਾਂ ਦਰਜ ਤਾਂ ਹੋਣੇ ਚਾਹੀਦੇ ਆ ਨਾ, ਜਾਂਚ ਤਾਂ ਬਾਅਦ ਚ ਹੁੰਦੀ ਰਹੇਗੀ, ਪਰ ਹੱਲੇ ਤੱਕ ਪ੍ਰਸ਼ਾਸਨ ਨੇ ਮੁਕੱਦਮਾ ਦਰਜ ਨਹੀਂ ਕੀਤਾ। ਸਾਡੀ ਪੁਰਜ਼ੋਰ ਮੰਗ ਹੈ ਮੁਕੱਦਮਾ ਦਰਜ ਕਰੋ, ਸੰਬੰਧਿਤ ਅਧਿਕਾਰੀਆਂ ਦੀ ਗ੍ਰਿਫਤਾਰੀ ਪਾਓ, ਨਹੀਂ ਤਾਂ ਅੰਦੋਲਨ ਸ਼ੁਰੂ ਹੋਊਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਾਰੇ ਦੁਕਾਨਦਾਰ ਹੈ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ, ਸਥਾਨਕ ਵਾਸੀ ਵੀ ਵਿੱਚ ਮੌਜੂਦ ਨੇ, ਜਿਨ੍ਹਾਂ ਨੇ ਅਪੀਲ ਵੀ ਕੀਤੀ ਹੈ ਅਦਾਰਾ ਹੁਸ਼ਿਆਰਪੁਰ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜੇ ਸੰਬੰਧਿਤ ਅਧਿਕਾਰੀ ਇਸ ਹਾਦਸੇ ਲਈ ਜ਼ਿੰਮੇਵਾਰ ਨੇ ਉਹਨਾਂ ਤੇ ਜਿਹੜਾ ਮੁਕੱਦਮਾ ਵੀ ਦਰਜ ਹੈ ਜਿਹੜਾ ਜ਼ਰੂਰ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਦੋਲਨ ਹੈ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ। ਕੈਮਰਾ ਪਰਸਨ ਕਮਲ ਪਟੋਆ ਦੇ ਨਾਲ ਚੇਤਨ ਕਸ਼ਪ, ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ।